ये लिखा है कि ਜਿਹੜੇ ਬੰਦੇ ਜਾਂ ਜਿਨ੍ਹਾਂ ਦੀ ਦੇਸ਼ ਵਿਰੋਧੀ ਐਕਟੀਵਿਟੀਆਂ ਨੇ ਉਹਨਾਂ ਦੀਆਂ ਫੋਟੋਆਂ ਨਾਲ ਲਾਈਆਂ ਜਾਣ। ਹਾਲਾਂਕਿ ਉਹਨਾਂ ਇਸ਼ਾਰਾ ਦਿੱਤਾ, ਪਰ ਤੁਸੀਂ ਵੇਖੋ ਫਿਰ ਅਗਲੇ ਦਿਨ ਉਹ 'ਤੇ ਅਮਲ ਕਰਦਿਆਂ ਆ ਸੰਤ ਜਰਨੈਲ ਸਿੰਘ ਦੀਆਂ ਫੋਟੋਆਂ ਬਕਾਇਦਾ ਉਤਰਵਾਈਆਂ ਗਈਆਂ ਬਠਿੰਡੇ, ਔਰ ਨਾਲ ਹੀ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਫੋਟੋਆਂ ਜਿਹੜੀਆਂ ਬੱਸਾਂ ਤੋਂ ਉਤਰਵਾਈਆਂ ਗਈਆਂ ਉੱਥੇ। ਔਰ ਉਹਦੇ ਵਿੱਚ ਉਹਨਾਂ ਨੇ ਕਿਸੇ ਨੇ ਜ਼ਬਰਦਸਤੀ ਉਹਨਾਂ ਦੀਆਂ ਬੱਸਾਂ 'ਤੇ ਉਹ ਫੋਟੋਆਂ ਨਹੀਂ ਸੀ ਲਾਈਆਂ, ਪਰ ਜ਼ਬਰਦਸਤੀ ਲੁਹਾਈਆਂ ਜ਼ਰੂਰ ਗਈਆਂ। ਜਿੱਥੇ ਵੀ ਸੰਤ ਜਰਨੈਲ ਸਿੰਘ ਜੀ ਦੀ ਜਿਹੜੇ ਨੌਜਵਾਨ ਝੰਡੇ ਲਾ ਕੇ ਗਏ ਜਾਂ ਕਿਸੇ ਨੇ ਆਪਣੀ ਪਰਸਨਲ ਵਹੀਕਲ ਦੇ ਉੱਤੇ ਵੀ ਫੋਟੋ ਲਾਈ ਸੀ, ਹਰਿਆਣੇ ਦੇ ਵਿੱਚ ਉਹਨਾਂ ਦਾ ਚਲਾਨ ਕੱਟਿਆ ਗਿਆ। ਹਿਮਾਚਲ ਦੇ ਵਿੱਚ ਉਹਨਾਂ ਦੇ ਜਿਹੜੇ ਨਿਸ਼ਾਨ ਸਾਹਿਬ ਆ ਜਿਨ੍ਹਾਂ ਦੇ ਉੱਤੇ ਉਹ ਲੱਗੀਆਂ ਸੀ ਫੋਟੋਆਂ, ਉਹ ਵੀ ਲਾ ਕੇ ਸੁੱਟੇ ਗਏ। ਸੋ ਉੱਥੋਂ ਚੱਲਦੀ ਗੱਲ ਹੁਣ ਪੰਜਾਬ ਦੇ ਵਿੱਚ ਆ ਗਈ। ਸਰਕਾਰ ਨੂੰ ਜਿਹੜੀ ਉਹ ਲਾਲੇ ਸਾਨੂੰ ਕੋਈ ਆਪੱਤੀ ਨਹੀਂ ਹੈਗੀ, ਜਿਹਨੂੰ ਅਸੀਂ ਦੇਖਣਾ ਪਸੰਦ ਨਹੀਂ ਅਸੀਂ ਉਹਨੂੰ ਵੀ ਜਰ ਲਾਂਗੇ, ਪਰ ਅਸੀਂ ਆਪਣੇ ਜਰਨੈਲਾਂ ਨੂੰ ਹੁਣ ਧੱਕੇ ਦੇ ਨਾਲ ਲਾਵਾਂਗੇ। ਜੇ ਕਿਸੇ ਨੂੰ ਤਕਲੀਫ ਹੈ ਜੋ ਕਰਨਾ ਸਰਕਾਰ ਕਰ ਲੇ, ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ। ਵੀਹਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਇਲਾਵਾ ਸਰਬੱਤ ਖਾਲਸਾ ਵਿੱਚ ਚੁਣੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਜ਼ਰਬੰਦ ਤਿਹਾੜ ਜੇਲ੍ਹ ਦਿੱਲੀ। ਪੰਜਾਬ ਦੀ ਸਰਕਾਰ ਨੂੰ ਇਹਨਾਂ ਦੋਹਾਂ ਜੁਝਾਰੂ ਯੋਧਿਆਂ ਦੀਆਂ ਤਸਵੀਰਾਂ ਪਸੰਦ ਨਹੀਂ। ਪੰਜਾਬ ਦੀ ਸਰਕਾਰ ਨੇ ਹੁਕਮ ਚਾੜ ਦਿੱਤੇ ਨੇ ਕਿ ਸਰਕਾਰੀ ਬੱਸਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹਨਾਂ ਯੋਧਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਉਹਨਾਂ ਤਸਵੀਰਾਂ ਨੂੰ ਉਤਾਰ ਦਿੱਤਾ ਜਾਵੇ। ਬਕਾਇਦਾ ਉਹਨਾਂ ਤਸਵੀਰਾਂ ਨੂੰ ਕਈ ਬੱਸਾਂ ਦੇ ਵਿੱਚੋਂ ਉਤਾਰਿਆ ਵੀ ਗਿਆ। ਸਿੱਖ ਕੌਮ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੇਹੱਦ ਰੋਸ ਅਤੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਦਲ ਖਾਲਸਾ ਨੇ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਸਰਕਾਰ ਦਾ ਇਹ ਘਟੀਆ ਰਵੱਈਆ ਕਿਸੇ ਵੀ ਕੀਮਤ ਦੇ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਦਲ ਖਾਲਸਾ ਦੇ ਬੁਲਾਰੇ ਸਰਦਾਰ ਪਰਮਜੀਤ ਸਿੰਘ ਮੰਡ ਨੇ ਆਖਿਆ ਕਿ ਸਰਕਾਰ ਨੇ 24 ਘੰਟਿਆਂ ਦੇ ਅੰਦਰ ਜੇ ਆਪਣਾ ਇਹ ਰਵੱਈਆ ਨਾ ਬਦਲਿਆ ਤਾਂ 24 ਘੰਟਿਆਂ ਤੋਂ ਬਾਅਦ ਅਸੀਂ ਆਪਣੇ ਹੱਥੀਂ ਸਰਕਾਰੀ ਬੱਸਾਂ ਦੇ ਵਿੱਚ ਆਪਣੇ ਯੋਧਿਆਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਮਜਬੂਰ ਹੋਵਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ। ਇੱਥੇ ਮੇਰਾ ਨਾਮ ਪਰਮਜੀਤ ਸਿੰਘ ਮਾਂਡੇ ਜੀ, ਬੁਲਾਰਾ ਦਲ ਖਾਲਸਾ। ਮੇਰੇ ਨਾਲ ਬੈਠੇ ਨੇ ਭਾਈ ਗੁਰਨਾਮ ਸਿੰਘ ਜੀ ਮੂਨਕਾਂ, ਜੋ ਕਿ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਨੇ। ਉਹਨਾਂ ਨਾਲ ਨੇ ਸਰਦਾਰ ਤਰਲੋਚਨ ਸਿੰਘ ਜੀ, ਜਿਹੜੇ ਕਿ ਹੁਸ਼ਿਆਰਪੁਰ ਦੇ ਦਲ ਖਾਲਸਾ ਦੇ ਪ੍ਰਧਾਨ ਨੇ, ਔਰ ਮੇਰੇ ਨਾਲ ਇੱਧਰ ਭਾਜੀ ਗੁਰਦੀਪ ਸਿੰਘ ਹੁਣੀ ਕਾਲਕਟ ਤੇ ਭਾਜੀ ਗੁਰਪ੍ਰੀਤ ਸਿੰਘ ਜੀ ਖੁੱਡਾ, ਜਿਹੜੇ ਕਿ ਦਲ ਖਾਲਸਾ ਦੇ ਸੀਨੀਅਰ ਆਗੂ ਨੇ। ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਦਾ ਆ, ਜਿਹੜਾ ਟੌਪਿਕ ਆ, ਉਹ ਇੱਕ ਸੈਂਸਿਟਿਵ ਇਸ਼ੂ ਆ, ਕਿਉਂਕਿ ਉਹ ਪੰਜਾਬ ਦੇ ਬਹੁਤਾਤ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਇਸ਼ੂ ਆ। ਪਿਛਲੇ ਦਿਨੀ 26 ਤਰੀਕ ਨੂੰ, ਪਿਛਲੇ ਮਹੀਨੇ ਦੀ 26 ਤਰੀਕ ਨੂੰ, 26 ਜੁਲਾਈ ਨੂੰ ਇੱਕ ਲਾਅ ਐਂਡ ਆਰਡਰ ਸੁਪਰੀਡੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ, ਜਿਹਦੇ ਵਿੱਚ ਕੁਝ ਬਕਾਇਦਾ ਬੱਸਾਂ ਦੇ ਨੰਬਰ ਪਾ ਕੇ, ਜਿਹਦੇ ਵਿੱਚ ਕਿ ਇੱਕ ਬਠਿੰਡਾ ਡਿਪੂ ਦੀ ਬੱਸ ਆ, ਇੱਕ ਸੰਗਰੂਰ ਆ, ਔਰ ਇੱਕ ਬਰਨਾਲਾ ਦੀ ਆ, ਉਹਨਾਂ ਤਿੰਨਾਂ ਦੇ ਬਕਾਇਦਾ ਨੰਬਰ ਪਾ ਕੇ ਨੋਟੀਫਿਕੇਸ਼ਨ ਦੇ ਵਿੱਚ ਇਹ ਲਿਖਿਆ ਜਾਂਦਾ ਆ ਕਿ ਇਹਨਾਂ ਬੱਸਾਂ ਦੇ ਉੱਤੇ ਇਤਰਾਜ਼ਯੋਗ ਤਸਵੀਰਾਂ ਲੱਗੀਆਂ ਹੋਈਆਂ ਨੇ ਜਾਂ ਇਤਰਾਜ਼ਯੋਗ ਕੁਝ ਸ਼ਬਦਾਵਲੀ ਲਿਖੀ ਹੋਈ ਆ, ਔਰ ਉਹਦੇ ਵਿੱਚ ਉਹ ਬਕਾਇਦਾ ਜ਼ਿਕਰ ਕਰਦੇ ਨੇ, ਜਿਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਦਾ ਨਾਮ ਲਿਖ ਕੇ ਵੀ ਲਿਖਿਆ ਗਿਆ ਕਿ ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਆ, ਔਰ ਲੁਕਵੇਂ ਢੰਗ ਦੇ ਨਾਲ ਬਿਨਾਂ ਨਾਮ ਲਏ ਸੰਤ ਜਰਨੈਲ ਸਿੰਘ ਦੀ ਫੋਟੋ ਵੱਲ ਵੀ ਇਸ਼ਾਰਾ ਕੀਤਾ ਗਿਆ ਕਿ ਉਹਨਾਂ ਦੀਆਂ ਫੋਟੋਆਂ ਔਰ ਤਸਵੀਰਾਂ ਲੱਗ ਕੇ ਕੁਝ ਨਾਲ ਸ਼ੇਰੋ ਸ਼ਾਇਰੀ ਜਿਹੜੀ ਆ ਉਹ ਲਿਖੀ ਹੋਈ ਆ, ਔਰ ਉਹਨਾਂ ਨੂੰ ਉਤਾਰਿਆ ਜਾਵੇ। ਲਾਅ ਐਂਡ ਆਰਡਰ ਦੇ ਅਧੀਨ ਇਹ ਗੱਲ ਉਹਨਾਂ ਨੇ ਕੀਤੀ। ਨੋਟੀਫਿਕੇਸ਼ਨ ਪਹਿਲਾਂ 28 ਤਰੀਕ ਨੂੰ ਕੱਢਿਆ। ਉਸ ਤੋਂ ਬਾਅਦ ਬਿਨਾਂ ਤਰੀਕ ਪਾਏ, ਬਿਨਾਂ ਨੋਟੀਫਿਕੇਸ਼ਨ ਨੰਬਰ ਪਾਏ, ਬਠਿੰਡਾ ਡਿਪੂ ਵੱਲੋਂ, ਜਿਹੜਾ ਉਹਨਾਂ ਦਾ ਪੈਪਸੂ ਟਰਾਂਸਪੋਰਟੇਸ਼ਨ ਕਾਰਪੋਰੇਸ਼ਨ ਆ, ਉਹਨਾਂ ਵੱਲੋਂ ਇੱਕ ਨੋਟੀਫਿਕੇਸ਼ਨ ਕੱਢਿਆ ਜਾਂਦਾ, ਜਿਹਦੇ ਵਿੱਚ ਸਾਰੇ ਡਰਾਈਵਰਾਂ ਨੂੰ, ਸਾਰੇ ਕੰਡਕਟਰਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਸੀ ਫੋਟੋ ਨਾ ਲਾਈ ਜਾਵੇ ਜਿਹੜੀ ਵਿਵਾਦਤ ਹੋਵੇ। ਹੁਣ ਇੱਥੇ ਉਹਨਾਂ ਨੇ ਸ਼ਬਦਾਂ ਦੇ ਨਾਲ ਖੇਡਿਆ ਆ, ਕਿਉਂਕਿ ਇੱਥੇ ਉਹਨਾਂ ਸਿੱਧਾ ਨਾਮ ਨਹੀਂ ਲਿਖਿਆ। ਇਹ ਲਿਖਿਆ ਕਿ ਜਿਹੜੇ ਬੰਦੇ ਜਾਂ ਜਿਨ੍ਹਾਂ ਦੀ ਦੇਸ਼ ਵਿਰੋਧੀ ਐਕਟੀਵਿਟੀਆਂ ਨੇ ਉਹਨਾਂ ਦੀਆਂ ਫੋਟੋਆਂ ਨਾਲ ਲਾਈਆਂ ਜਾਣ। ਹਾਲਾਂਕਿ ਉਹਨਾਂ ਇਸ਼ਾਰਾ ਦਿੱਤਾ, ਪਰ ਤੁਸੀਂ ਵੇਖੋ ਫਿਰ ਅਗਲੇ ਦਿਨ ਉਹ 'ਤੇ ਅਮਲ ਕਰਦਿਆਂ ਆ ਸੰਤ ਜਰਨੈਲ ਸਿੰਘ ਦੀਆਂ ਫੋਟੋਆਂ ਬਕਾਇਦਾ ਉਤਰਵਾਈਆਂ ਗਈਆਂ ਬਠਿੰਡੇ, ਔਰ ਨਾਲ ਹੀ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਫੋਟੋਆਂ ਜਿਹੜੀਆਂ ਬੱਸਾਂ ਤੋਂ ਉਤਰਵਾਈਆਂ ਗਈਆਂ ਉੱਥੇ
ਕਿਉਂਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਲਿਖਿਆ ਸੀ ਵੀ ਜੇ ਕੋਈ ਡਰਾਈਵਰ ਜਾਂ ਕੰਡਕਟਰ ਜਿਹਦੀ ਬੱਸ ਦੇ ਉੱਤੇ ਫੋਟੋਆਂ ਪਾਈਆਂ ਜਾਂਦੀਆਂ ਨੇ ਉਹਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ। ਸੋ ਇੱਕ ਤਰੀਕੇ ਦੇ ਨਾਲ ਡਰਾ ਕੇ ਕਹਿ ਸਕਦੇ ਹੋ ਜਾਂ ਉਹਨਾਂ ਨੂੰ ਨੌਕਰੀ ਦਾ ਕੱਢਣ ਦਾ ਉਹਨਾਂ ਨੂੰ ਧਮਕੀ ਦੇ ਕੇ ਉਹਨਾਂ ਦੇ ਕੋਲੋਂ ਫੋਟੋਆਂ ਉਤਰਵਾਈਆਂ ਗਈਆਂ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿੰਨੀਆਂ ਵੀ ਚਾਹੇ ਪ੍ਰਾਈਵੇਟ ਬੱਸਾਂ ਨੇ ਚਾਹੇ ਸਰਕਾਰੀ ਬੱਸਾਂ ਨੇ, ਉਹਨਾਂ ਦੇ ਜਿਹੜੇ ਡਰਾਈਵਰ ਨੇ ਕੰਡਕਟਰ ਨੇ ਉਹ ਆਪਣੀ ਸ਼ਰਧਾ ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਹਮੇਸ਼ਾ ਹੀ ਆਪਣੇ ਸ਼ੀਸ਼ਿਆਂ ਦੇ ਉੱਤੇ ਜਾਂ ਆਪਣੀ ਬੱਸ ਦੇ ਅੰਦਰ ਚਾਹੇ ਉਹ ਰਿਲੀਜੀਅਸ ਫੋਟੋਸ ਲਾਉਣ ਚਾਹੇ ਉਹ ਕਿਸੇ ਗਾਣੇ ਦੀ ਸਲੋਗਨਿਕ ਲਿਖਣ, ਉਹ ਇੱਕ ਸਜਾਵਟ ਦੇ ਤੌਰ ਤੇ ਪਲੱਸ ਇੱਕ ਜਿਹੜਾ ਸਨ ਸ਼ੀਲਡ ਆ ਉਹਦੇ ਤੌਰ ਦੇ ਉੱਤੇ ਉਹ ਫਰੇਮਿੰਗ ਕਰਾਉਂਦੇ ਨੇ। ਤਾਂ ਉਹਦੇ ਤਹਿਤ ਹੀ ਉਹਨਾਂ ਵੀ ਲਵਾਈਆਂ ਸੀ ਔਰ ਉਹਦੇ ਵਿੱਚ ਉਹਨਾਂ ਨੇ ਕਿਸੇ ਨੇ ਜ਼ਬਰਦਸਤੀ ਉਹਨਾਂ ਦੀਆਂ ਬੱਸਾਂ 'ਤੇ ਉਹ ਫੋਟੋਆਂ ਨਹੀਂ ਸੀ ਲਾਈਆਂ, ਪਰ ਜ਼ਬਰਦਸਤੀ ਲੁਹਾਈਆਂ ਜ਼ਰੂਰ ਗਈਆਂ। ਸੋ ਸਾਡਾ ਜਿਹੜਾ ਇੱਥੇ ਪੁਆਇੰਟ ਹੋਇਆ ਹੈ ਕਿ ਇਹ ਦੋਵੇਂ ਸ਼ਖਸੀਅਤਾਂ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਇਹਦੇ ਵਿੱਚ ਸੰਤ ਜਰਨੈਲ ਸਿੰਘ ਤੇ ਭਾਈ ਜਗਤਾਰ ਸਿੰਘ ਹਵਾਰਾ ਦੋਵੇਂ ਹੀ ਸਿੱਖ ਕੌਮ ਦੇ ਵਿੱਚ ਇੱਕ ਆਦਰਯੋਗ ਸ਼ਖਸੀਅਤਾਂ ਨੇ। ਸੰਤ ਜਰਨੈਲ ਸਿੰਘ ਨੂੰ ਸ਼ਹੀਦ ਦਾ ਦਰਜਾ ਅਕਾਲ ਤਖਤ ਸਾਹਿਬ ਤੋਂ ਮਿਲਿਆ ਹੋਇਆ ਆ। ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਦਾ ਦਰਜਾ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਆ, ਕੋਈ ਅਸੀਂ ਜਾਂ ਕਿਸੇ ਹੋਰ ਨੇ ਨਹੀਂ ਦਿੱਤਾ। ਇਵੇਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਬੇਸ਼ੱਕ ਇੱਕ ਲਿਮਟਡ ਸੈਕਸ਼ਨ ਹੀ ਸਹੀ ਪਰ ਉਸ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਦਾ ਹੈ। ਸੋ ਦੋਵੇਂ ਹੀ ਸਤਿਕਾਰਯੋਗ ਸ਼ਖਸੀਅਤਾਂ ਨੇ ਔਰ ਦੋਵਾਂ ਦੇ ਨਾਲ ਹੀ ਭਾਵਨਾਵਾਂ ਸਿੱਖ ਕੌਮ ਦੀਆਂ ਜੁੜੀਆਂ ਹੋਈਆਂ ਨੇ ਔਰ ਇਹਨਾਂ ਦੋਵਾਂ ਸ਼ਖਸੀਅਤਾਂ ਦਾ ਬਹੁਤ ਜ਼ਿਆਦਾ ਆਦਰ ਮਾਣ ਸਤਿਕਾਰ ਪੰਜਾਬ ਦੇ ਵਿੱਚ ਔਰ ਸਿੱਖ ਮਨਾਂ ਦੇ ਵਿੱਚ ਪਾਇਆ ਜਾਂਦਾ ਹੈ। ਔਰ ਇਹੋ ਜਿਹੇ ਇਨਡਾਇਰੈਕਟ ਨੋਟੀਫਿਕੇਸ਼ਨ ਕਰਕੇ ਉਹਨਾਂ ਦੀਆਂ ਤਸਵੀਰਾਂ ਲਹਾ ਕੇ ਪੰਜਾਬ ਸਰਕਾਰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜਿਹੜੇ ਇਹ ਸੈਂਸਿਟਿਵ ਇਸ਼ੂਜ਼ ਨੇ ਇਹਨਾਂ ਨੂੰ ਉਛਾਲ ਕੇ ਪੰਜਾਬ ਦਾ ਮਾਹੌਲ ਆਪ ਖਰਾਬ ਕਰ ਰਹੀ ਹੈ। ਹਾਲਾਂਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਲਿਖਿਆ ਗਿਆ ਕਿ ਇਹਨਾਂ ਦੇ ਨਾਲ ਮਾਹੌਲ ਖਰਾਬ ਹੋ ਸਕਦਾ, ਪਰ ਅਜੇ ਤੱਕ ਤੁਸੀਂ ਵੇਖੋ ਇਹਨਾਂ ਤਸਵੀਰਾਂ ਦੇ ਨਾਲ ਨਾ ਕਿਸੇ ਨੂੰ ਕੋਈ ਆਪੱਤੀ ਹੋਈ ਆ, ਨਾ ਕਿਸੇ ਨੇ ਪਬਲਿਕ ਕੰਪਲੇਂਟਸ ਕੀਤੀਆਂ ਨੇ, ਨਾ ਕਿਸੇ ਨੇ ਕੋਈ ਇਹਦੇ 'ਤੇ ਇਤਰਾਜ਼ ਜਤਾਇਆ। ਪੰਜਾਬ ਸਰਕਾਰ ਨੇ ਆਪਣੇ ਕੋਲੋਂ ਹੀ ਲਾਅ ਐਂਡ ਆਰਡਰ ਦੇ ਅਧੀਨ ਇਹ ਗੱਲ ਕਹਿ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਜੀ ਇਹਦੇ ਨਾਲ ਜਿਹੜੀ ਆ ਸਥਿਤੀ ਵਿਗੜ ਸਕਦੀ ਹੈ। ਸੋ ਉਲਟਾ ਸਾਡਾ ਜਿਹੜਾ ਆ ਉਹ ਐਲੀਗੇਸ਼ਨ ਹੈ ਕਿ ਉਹ ਇਹੋ ਜਿਹੀਆਂ ਕਾਰਵਾਈਆਂ ਕਰਕੇ ਖੁਦ ਪੰਜਾਬ ਦੀ ਸਥਿਤੀ ਜਿਹੜੀ ਉਹਨੂੰ ਵਿਗਾੜਨ ਦੇ ਉੱਤੇ ਤੁਲੇ ਹੋਏ ਨੇ। ਸੋ ਉਹਦੇ ਤੋਂ ਉਹਨਾਂ ਨੂੰ ਵਾਪਸ ਆਉਣਾ ਚਾਹੀਦਾ। ਫਿਰ ਟਰਾਂਸਪੋਰਟ ਮੰਤਰੀ ਦਾ ਇਹ ਜ਼ੁਬਾਨੀ ਕਲਾਮੀ ਇਹ ਬਿਆਨ ਆ ਜਾਂਦਾ ਆ ਕਿ ਜੀ ਇਹੋ ਜਿਹਾ ਕੋਈ ਆਰਡਰ ਨਹੀਂ ਕੀਤਾ ਗਿਆ ਔਰ ਇਹੋ ਜਿਹੀ ਕੋਈ ਚੀਜ਼ ਜਿਹੜੀ ਆ ਉਹ ਨਹੀਂ ਕੀਤੀ ਜਾਵੇਗੀ ਐਕਟੀਵਿਟੀ, ਪਰ ਲਿਖਤੀ ਨੋਟੀਫਿਕੇਸ਼ਨ ਜਿਹੜੇ ਨੇ ਬਿਲਕੁਲ ਇਸ ਦੇ ਉਲਟ ਨੇ। ਸੋ ਅਸੀਂ ਅੱਜ ਇੱਥੇ ਸਰਕਾਰ ਨੂੰ ਇੱਕ ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਕਿ ਕੱਲ੍ਹ ਤੱਕ ਜੇਕਰ ਲਿਖਤੀ ਰੂਪ ਦੇ ਵਿੱਚ ਸਰਕਾਰ ਜਿਹੜੇ ਜ਼ੋਨਲ ਮੈਨੇਜਰਸ ਨੇ PRTCs ਦੇ ਉਹਨਾਂ ਨੂੰ ਲਿਖਤੀ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ ਇਸ ਦੇ ਬਾਰੇ ਕਿ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਉਹਨਾਂ ਨੂੰ ਲੱਗੀਆਂ ਰਹਿਣ ਦਿੱਤੀਆਂ ਜਾਣ ਜਾਂ ਜਿਹੜੀਆਂ ਲਾਈਆਂ ਗਈਆਂ ਨੇ ਉਹਨਾਂ ਨੂੰ ਜੇ ਉਹ ਡਰਾਈਵਰ ਲਾਉਣਾ ਚਾਹੁੰਦੇ ਨੇ ਜਾਂ ਕੰਡਕਟਰ ਲਗਾਉਣਾ ਚਾਹੁੰਦੇ ਨੇ ਤਾਂ ਲਾ ਸਕਦੇ ਨੇ। ਉਹਨਾਂ ਨੂੰ ਕੋਈ ਫੋਰਸ ਨਾ ਕੀਤਾ ਜਾਵੇ ਕਿ ਲਾ ਕੇ ਤੇ ਤੁਸੀਂ ਰੱਖੋ, ਜੇ ਨਹੀਂ ਲਾਓਗੇ ਤਾਂ ਤੁਹਾਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਜੇ ਕੱਲ੍ਹ ਤੱਕ PRTCs ਨੂੰ ਉਹਨਾਂ ਦੇ ਜ਼ੋਨਲ ਮੈਨੇਜਰਸ ਨੂੰ ਲਿਖਤੀ ਇਹ ਹੁਕਮ ਨਹੀਂ ਆਉਂਦੇ ਤੇ ਪਰਸੋਂ ਪੂਰੇ ਪੰਜਾਬ ਦੇ ਵਿੱਚ ਦਲ ਖਾਲਸਾ ਵੱਲੋਂ ਤੇ ਇਹਨਾਂ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਦੀਆਂ PRTC ਦੀਆਂ ਬੱਸਾਂ ਖਿਲਾਰ ਕੇ ਉਹਦੇ ਵਿੱਚ ਇਹਨਾਂ ਦੋਵਾਂ ਸ਼ਖਸੀਅਤਾਂ ਦੀਆਂ ਫੋਟੋਆਂ ਲਾਈਆਂ ਜਾਣਗੀਆਂ। ਜੇਕਰ ਕੱਲ੍ਹ ਤੱਕ ਪੰਜਾਬ ਸਰਕਾਰ ਇਹਦੇ 'ਤੇ ਆਪਣਾ ਸਟੈਂਡ ਕਲੀਅਰ ਨਹੀਂ ਕਰਦੀ ਲਿਖਤੀ ਰੂਪ ਦੇ ਵਿੱਚ, ਮੈਂ ਕਹਿ ਰਿਹਾ ਕਿਉਂਕਿ ਜ਼ਬਾਨੀ ਕਲਾਮੀ ਇਹਨਾਂ ਨੇ ਪਹਿਲਾਂ ਵੀ ਕਹਿ ਦਿੱਤਾ ਸੀਗਾ ਔਰ ਪਰ ਅਗਲੇ ਦਿਨ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਇਸ ਦੇ ਉੱਤੇ। ਜੇਕਰ ਕੱਲ੍ਹ ਤੱਕ ਲਿਖਤੀ ਨੋਟੀਫਿਕੇਸ਼ਨ ਨਹੀਂ ਆਉਂਦਾ ਤੇ ਪਰਸੋਂ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ PRTC ਦੀਆਂ ਬੱਸਾਂ ਚੱਲਦੀਆਂ ਨੇ ਜਿੱਥੇ ਜਿੱਥੇ ਚੱਲਦੀਆਂ ਨੇ ਉੱਥੇ ਉੱਥੇ ਦੀ ਸੰਗਤ ਜਿਹੜੀ ਆ ਉਸ ਨੂੰ ਖਿਲਾਰੇਗੀ, ਜਿਸ ਦੇ ਵਿੱਚ ਦਲ ਖਾਲਸਾ ਸ਼ਮੂਲੀਅਤ ਕਰੇਗੀ। ਸਾਡੇ ਵੀ ਸਾਰੇ ਜ਼ਿਲ੍ਹਾ ਜਿਹੜੀਆਂ ਇਕਾਈਆਂ ਨੇ ਉਹਦੇ ਵਿੱਚ ਭੂਮਿਕਾ ਨਿਭਾਉਣਗੀਆਂ ਔਰ ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪਰਸੋਂ ਸਾਰੀਆਂ PRTC ਦੀਆਂ ਬੱਸਾਂ ਨੂੰ ਖਿਲਾਰ ਕੇ ਉਹਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਤੇ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਫੋਟੋਆਂ ਲਗਾਈਆਂ ਜਾਣਗੀਆਂ। ਹੁਣ ਇਹ ਇਸ਼ੂ ਕਿਉਂਕਿ ਮੈਂ ਤਾਂ ਪੰਜਾਬ ਤੱਕ ਇਹ ਇਸ਼ੂ ਕਿਉਂ ਪਹੁੰਚ ਗਿਆ, ਤੁਸੀਂ ਪਿਛਲੇ ਦਿਨ ਵੇਖਿਆ ਹੋਊਗਾ ਹਿਮਾਚਲ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਜਿੱਥੇ ਵੀ ਸੰਤ ਜਰਨੈਲ ਸਿੰਘ ਜੀ ਦੀ ਜਿਹੜੇ ਨੌਜਵਾਨ ਝੰਡੇ ਲਾ ਕੇ ਗਏ ਜਾਂ ਕਿਸੇ ਨੇ ਆਪਣੀ ਪਰਸਨਲ ਵਹੀਕਲ ਦੇ ਉੱਤੇ ਵੀ ਫੋਟੋ ਲਾਈ ਸੀ, ਹਰਿਆਣੇ ਦੇ ਵਿੱਚ ਉਹਨਾਂ ਦਾ ਚਲਾਨ ਕੱਟਿਆ ਗਿਆ। ਹਿਮਾਚਲ ਦੇ ਵਿੱਚ ਉਹਨਾਂ ਦੇ ਜਿਹੜੇ ਨਿਸ਼ਾਨ ਸਾਹਿਬ ਆ ਜਿਨ੍ਹਾਂ ਦੇ ਉੱਤੇ ਉਹ ਲੱਗੀਆਂ ਸੀ ਫੋਟੋਆਂ ਉਹ ਵੀ ਲਾ ਕੇ ਸੁੱਟੇ ਗਏ। ਸੋ ਉੱਥੋਂ ਚੱਲਦੀ ਗੱਲ ਹੁਣ ਪੰਜਾਬ ਦੇ ਵਿੱਚ ਆ ਗਈ, ਪਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਜੇਕਰ ਹਿਮਾਚਲ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਇਹ ਤੋਂ ਤਕਲੀਫ ਆ ਤਾਂ ਸਾਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਇਹੋ ਜਿਹੀਆਂ ਤੋਂ ਤਕਲੀਫ ਹੈ ਜਿਹੜੀਆਂ ਹਿਮਾਚਲ ਤੇ ਹਰਿਆਣੇ ਦੀਆਂ ਗੱਡੀਆਂ ਤੇ ਲੱਗ ਕੇ ਪੰਜਾਬ ਆਉਂਦੀਆਂ ਨੇ।
ਠੀਕ ਹੈ। ਫਿਰ ਕੱਲ੍ਹ ਨੂੰ ਜੇ ਪੰਜਾਬ ਉਹਦੇ ਰਿਐਕਸ਼ਨ ਦੇ ਵਿੱਚ ਕੁਝ ਕਰੇਗਾ ਤਾਂ ਫਿਰ ਉਸ ਨੂੰ ਸੈਡੀਸ਼ਨ ਜਾਂ ਕੁਝ ਹੋਰ ਇਹੋ ਜਿਹੇ ਕੇਸਾਂ ਦੇ ਵਿੱਚ ਫਰੇਮ ਕੀਤਾ ਜਾਵੇਗਾ। ਸੋ ਉਹ ਮਾਹੌਲ ਵਿਗੜਨ ਵਾਲੀ ਸਿਚੁਏਸ਼ਨ ਜਿਹੜੀ ਆ ਪੰਜਾਬ ਖੁਦ ਕ੍ਰੀਏਟ ਕਰਦਾ ਪਿਆ। ਜਿਹੜੀ ਪੰਜਾਬ ਸਰਕਾਰ ਆ ਹੁਣ ਉਹਨੇ ਵੀ ਹਿਮਾਚਲ ਅਤੇ ਹਰਿਆਣੇ ਤਰਜ਼ ਦੇ ਉੱਤੇ ਇਹ ਲੁਕਵੇਂ ਢੰਗ ਦੇ ਨਾਲ ਜਿਹੜਾ ਨੋਟੀਫਿਕੇਸ਼ਨ ਕੱਢੇ ਨੇ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਔਰ ਇਹ ਜਿਹੜੀਆਂ ਤਸਵੀਰਾਂ ਆ, ਜੇ ਇਹਨਾਂ ਦੇ ਸਬੰਧ ਵਿੱਚ ਲਿਖਤੀ ਰੂਪ ਦੇ ਵਿੱਚ ਟਰਾਂਸਪੋਰਟ ਮੰਤਰੀ ਵੱਲੋਂ ਬਿਆਨ ਕੱਲ੍ਹ ਤੱਕ ਨਹੀਂ ਆਉਂਦਾ, ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ PRTCs ਨੂੰ, ਤਾਂ ਫਿਰ ਪਰਸੋਂ ਪੂਰੇ ਪੰਜਾਬ ਦੀਆਂ PRTCs ਦੀਆਂ ਬੱਸਾਂ ਖਿਲਾਰੀਆਂ ਜਾਣਗੀਆਂ। ਜੇ ਸਾਨੂੰ ਰੋਕਣੀਆਂ ਪਈਆਂ ਇਹ ਸੜਕ ਦੇ ਉੱਤੇ ਚੜ੍ਹਨ ਤੋਂ ਅਸੀਂ ਰੋਕਾਂਗੇ। ਸੋ ਰੋਕ ਕੇ ਪੋਸਟਰ ਤੇ ਫੋਟੋਆਂ ਉਹਨਾਂ ਦੇ ਵਿੱਚ ਲਗਾਈਆਂ ਜਾਣਗੀਆਂ। PRTC ਜੋ ਬਾਕੀ ਕਿਉਂ ਨਹੀਂ? ਕਿਉਂਕਿ ਬਾਕੀਆਂ ਨੇ ਅਜੇ ਐਕਸ਼ਨ ਨਹੀਂ ਲਿਆ ਪ੍ਰਾਈਵੇਟ ਦੇ ਵਿੱਚ। ਜੇਕਰ ਪ੍ਰਾਈਵੇਟ ਬੱਸਾਂ ਵੀ ਇਸੇ ਦੇ ਉੱਤੇ ਆਉਣਗੀਆਂ ਸਰਕਾਰੀ ਅਦਾਰੇ ਦੇ ਨਾਲ, ਕਿਉਂਕਿ ਇਹ ਸਿਰਫ ਅਜੇ PRTC ਨੇ ਕੀਤਾ ਹੈ, ਇਸ ਕਰਕੇ ਮੈਂ PRTC ਦਾ ਨਾਮ ਲਿਆ। ਜਿਹੜੀ ਪਨ ਬੱਸ ਹੈ, ਸਰਕਾਰੀ ਬੱਸਾਂ ਤੁਸੀਂ ਕਹਿ ਸਕਦੇ ਹੋ, ਜਿੰਨੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਉੱਤੇ ਲਗਾਈਆਂ ਜਾਣਗੀਆਂ। ਕਿਉਂਕਿ ਐਕਸ਼ਨ PRTC ਨੇ ਲਿਆ ਸੀ, ਇਸ ਕਰਕੇ ਮੈਂ ਵਾਰ-ਵਾਰ ਮੇਰੇ ਮੂੰਹ 'ਚੋਂ PRTC ਨਿਕਲ ਰਿਹਾ ਹੈ। ਸਰਕਾਰੀ ਬੱਸਾਂ ਜਿੰਨੀਆਂ ਵੀ ਨੇ ਉਹ ਖਿਲਾਰੀਆਂ ਜਾਣਗੀਆਂ। ਔਰ ਪ੍ਰਾਈਵੇਟ ਅਦਾਰਿਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਨ ਫਿਊਚਰ ਸਰਕਾਰ ਦੇ ਇਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਇਹੋ ਜਿਹੀ ਕਾਰਵਾਈ ਨਾ ਕੀਤੀ ਜਾਵੇ। ਔਰ ਜਿਹੜੀਆਂ ਤਸਵੀਰਾਂ ਲੱਥਣੀਆਂ ਚਾਹੀਦੀਆਂ ਨੇ, ਤੁਸੀਂ ਵੇਖੋ ਇਹ ਕਹਿੰਦੇ ਨੇ ਕਿ ਸਾਨੂੰ ਸੰਤ ਜਰਨੈਲ ਸਿੰਘ ਦੀ ਫੋਟੋ ਤੋਂ ਤਕਲੀਫ ਹੈ। ਸਰਕਾਰ ਦੀ ਇਨਡਾਇਰੈਕਟ ਸ਼ਬਦਾਵਲੀ ਇਹੀ ਆ। ਇਵੇਂ ਤਾਂ ਸਾਨੂੰ ਬਹੁਤ ਸਾਰੀ ਗੌਰਮੈਂਟ ਦੀ ਸ਼ਬਦਾਵਲੀ ਤੋਂ ਤਕਲੀਫ ਹੈ, ਜਿਹੜੀ ਉਹ ਆਪਣੀ ਬੱਸਾਂ ਦੇ ਉੱਤੇ ਐਡਵਰਟਾਈਜ਼ਮੈਂਟ ਕਰਦੀ ਹੈ। ਕਿਸੇ ਨੇ ਅਜੇ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਦੇ ਉੱਤੇ ਪਾਬੰਦੀ ਦੇ ਉੱਤੇ ਜਾਂ ਉਹਨਾਂ ਨੂੰ ਮਤਲਬ ਆਪਣੀ ਇਤਰਾਜ਼ ਜ਼ਾਹਰ ਨਹੀਂ ਕੀਤਾ, ਪਰ ਬਹੁਤ ਸਾਰੀਆਂ ਤੁਸੀਂ ਵੇਖੋ ਪੋਲੀਟੀਕਲ ਪਾਰਟੀਆਂ ਖੁਦ ਇਤਰਾਜ਼ ਜ਼ਾਹਰ ਕਰਦੀਆਂ ਨੇ ਕਿ ਸਾਨੂੰ ਤੁਹਾਡੀ ਇਹ ਜਿਹੜੀ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ ਸਰਕਾਰੀ ਬੱਸਾਂ ਦੇ ਉੱਤੇ ਜਾਂ ਪ੍ਰਾਈਵੇਟ ਬੱਸਾਂ ਦੇ ਉੱਤੇ ਤਕਲੀਫ ਆ, ਉਹ ਨਹੀਂ ਹਟਾਉਂਦੇ। ਉਹਨਾਂ ਦੇ ਟੈਂਡਰ ਉਵੇਂ ਚੱਲਦੇ ਨੇ, ਉਵੇਂ ਹੀ ਉਹ ਸਰਕਾਰੀ ਨੋਟੀਫਿਕੇਸ਼ਨ ਜਾਰੀ ਹੋ ਕੇ ਸਰਕਾਰੀ ਜਿਹੜੀਆਂ ਟਰਾਂਸਪੋਰਟੇਸ਼ਨਸ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਸੋ ਜੇ ਤੋਂ ਤਕਲੀਫ ਆ ਉਹਨੂੰ ਨਹੀਂ ਹਟਾਇਆ ਗਿਆ, ਜੇ ਤੋਂ ਨਹੀਂ ਤਕਲੀਫ ਉਹਨੂੰ ਟਾਰਗੇਟ ਕੀਤਾ ਗਿਆ ਜਾਣਬੁੱਝ ਕੇ। ਜੇਕਰ ਹਿੰਦੂ ਜਥੇਬੰਦੀਆਂ ਇਹ ਕਹਿੰਦੀਆਂ ਵੀ ਪ੍ਰਾਈਵੇਟ ਜਿਹੜੀਆਂ ਗੱਡੀਆਂ ਸਰਕਾਰੀ ਅਸੀਂ ਵੀ ਆਪਣਾ ਉੱਤੇ ਐਡਵਰਟਾਈਜ਼ ਕਰਨੀ ਜਾਂ ਜਿੱਦਾਂ ਸ਼ਿਵ ਸੈਨਾ ਜਾਂ ਹੋਰ ਤਾਂ ਫਿਰ ਉਹ ਕਿੱਦਾਂ ਹੋ ਸਕਦਾ ਹੈ? ਦੁਬਾਰਾ ਹੀ ਲੱਗੇ ਮੈਂ ਕਹਿੰਦਾ ਉਹ ਕਰਨ, ਜਿਹੜੇ ਉਹਨਾਂ ਦੇ ਆਪਣੇ ਨੇ ਉਹ ਕਰਨ। ਇਹ ਦੋਵੇਂ ਮੈਂ ਫਿਰ ਵਾਰ-ਵਾਰ ਕਹਿ ਰਿਹਾ, ਸਾਡੀਆਂ ਅਕਾਲ ਤਖਤ ਸਾਹਿਬ ਤੋਂ ਸਨਮਾਨਿਤ ਸ਼ਖਸੀਅਤਾਂ ਨੇ। ਇਹ ਕੋਈ ਆਮ ਦਲ ਖਾਲਸਾ ਜਾਂ ਕਿਸੇ ਹੋਰ ਜਥੇਬੰਦੀ ਨਾਲ ਸੰਬੰਧਿਤ ਕੋਈ ਸ਼ਖਸੀਅਤ ਨਹੀਂ ਗੀ ਕਿ ਜਿਹਦੀ ਫੋਟੋ ਲੱਗੀ ਹੋਈ ਆ। ਇਹ ਅਕਾਲ ਤਖਤ ਤੇ ਜਿਨ੍ਹਾਂ ਨੂੰ ਇੱਕ ਰੁਤਬਾ ਹਾਸਲ ਹੈ, ਜਿਨ੍ਹਾਂ ਦੀ ਇੱਕ ਪਹਿਚਾਣ ਹੈ, ਜਿਨ੍ਹਾਂ ਦਾ ਇੱਕ ਮਾਣ ਸਤਿਕਾਰ ਹੈ, ਉਹ ਸ਼ਖਸੀਅਤਾਂ ਨੇ। ਸੋ ਉਹਨਾਂ ਨੂੰ ਜੇ ਕੋਈ ਟਾਰਗੇਟ ਕਰੇਗਾ ਤਾਂ ਇਹ ਬਰਦਾਸ਼ਤ ਨਹੀਂ ਹੋਏਗਾ। ਪਰ ਉਹ ਸ਼ਿਵ ਸੈਨਾ ਵਾਲੀ ਗੱਲ ਪਹਿਲੇ ਕਹਿਣੋ ਕਹਿੰਦੇ ਵੀ ਸਰਕਾਰ ਵੀ ਮੰਨਦੀ ਹੈ ਕਿ ਜਨਰਲ ਵੈਦਿਆ ਜਿਹਨੇ 84 ਦੇ ਵਿੱਚ ਅਟੈਕ ਕੀਤਾ ਸੀ, ਉਹ ਕਹਿੰਦੇ ਸੀ ਉਹਨਾਂ ਨੂੰ ਆਈਡੀਅਲ ਮੰਨਦੇ। ਮੈਂ ਇਹ ਕਹਿ ਰਿਹਾ, ਵੇਖੋ ਤੁਸੀਂ ਜਿੱਥੇ ਜਨਰਲ ਵੈਦਿਆ ਦੀ ਜਾਂ ਕਿਸੇ ਦੀ ਫੋਟੋ ਲੱਗੀ ਹੋਊਗੀ, ਮੈਂ ਇਹ ਕਹਿ ਰਿਹਾ ਸਾਡੇ ਵੱਲੋਂ ਕਦੀ ਪਹਿਲ ਨਹੀਂ ਹੋਈ ਕਿ ਉਹਨਾਂ ਦੀਆਂ ਫੋਟੋਆਂ, ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਜਿਹੜੀਆਂ ਹਿਮਾਚਲ ਹਰਿਆਣੇ ਜਾਂ ਬਾਕੀ ਇੰਡੀਆ ਤੋਂ ਪੰਜਾਬ ਆਉਂਦੀਆਂ ਜਿੱਥੋਂ ਸਾਨੂੰ ਤਕਲੀਫ ਆ, ਪਰ ਅਸੀਂ ਕਦੀ ਉਹਨਾਂ ਨੂੰ ਪਾੜਿਆ ਜਾਂ ਲਾਇਆ ਨਹੀਂਗਾ, ਕਿਉਂਕਿ ਉਹ ਉਹਨਾਂ ਦਾ ਪਰਸਨਲ ਓਪੀਨੀਅਨ ਆ। ਜੋ ਆਪਣੇ ਵਹੀਕਲ ਦੇ ਉੱਤੇ ਲਾ ਕੇ ਚੱਲਦੇ ਨੇ ਤੇ ਸਾਨੂੰ ਉਹ ਤੋਂ ਕੋਈ ਪ੍ਰੋਬਲਮ ਨਹੀਂ ਗੀ। ਇਹ RSS ਵਾਲੇ ਕੱਲ ਨੂੰ ਕਹਿਣਾ ਸੀ ਵੀ ਉਹ ਹਿੰਦੂ ਦੇਵੀ ਦੇਵਤੇ ਦੀਆਂ ਫੋਟੋਆਂ ਆ ਰਹੀਆਂ ਉਹ ਤੇ ਆਲਰੇਡੀ ਲੱਗਦੀਆਂ ਨੇ ਜੀ। ਮੈਂ ਇਹ ਗੱਲ ਮੈਂ ਪਹਿਲਾਂ ਕਹਿ ਰਿਹਾ ਵੀ ਇਹ ਡਰਾਈਵਰ ਦੀ ਆਪਣੀ ਪ੍ਰਾਇੋਰਟੀ ਹੁੰਦੀ ਹੈ। ਬੱਸਾਂ 'ਚ ਲੱਗਦੀਆਂ ਨੇ ਹਿੰਦੂ ਦੇਵੀ ਦੇਵਤਿਆਂ ਦੇ, ਜਿਹੜਾ ਹਿੰਦੂ ਡਰਾਈਵਰ ਹੈ ਉਹ ਆਪਣੀ ਇੱਛਾ ਮੁਤਾਬਕ ਉਹ ਲਾਉਂਦਾ ਆ, ਸਾਨੂੰ ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਆ। ਅਸੀਂ ਤੇ ਇਹ ਕਿਹਾ ਹੀ ਨਹੀਂ ਆ। ਜਿਹੜਾ ਇੱਕ ਦਿਨ ਦਾ ਤੁਹਾਡੇ ਵੱਲੋਂ ਅਲਟੀਮੇਟ ਦਿੱਤਾ ਗਿਆ, ਇੱਕ ਦਿਨ ਘੱਟਦੇ ਆ ਕਿ ਤੁਹਾਡੇ ਵੱਲੋਂ ਪਹਿਲਾਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾਵੇ ਕਿ ਮੰਗ ਪੱਤਰ ਰਾਹੀਂ ਕੋਈ ਕਿਸੇ ਨੂੰ ਮੰਗ ਪੱਤਰ ਜਿਹੜਾ ਹੈ ਉਹ ਨਹੀਂ ਦਿੱਤਾ ਜਾਊਗਾ, ਕਿਉਂਕਿ ਕੱਲ ਬਠਿੰਡੇ ਜਦੋਂ ਲੱਥਾ ਸੀ ਉਹਦੇ ਰਾਹੀਂ ਸਰਕਾਰ ਤੱਕ ਗੱਲ ਪਹੁੰਚ ਚੁੱਕੀ ਆ। ਅੱਜ ਲਗਭਗ ਸਾਰੀਆਂ ਹੀ ਅਖਬਾਰਾਂ ਨੇ ਮੇਨ ਪੇਜ ਦੇ ਵਿੱਚ ਉਸ ਸਟੋਰੀ ਨੂੰ ਕਵਰ ਕੀਤਾ ਆ। ਸੋ ਸਰਕਾਰ ਤੱਕ ਉਹ ਗੱਲ ਪਹੁੰਚੀ ਆ। ਕੱਲ ਉੱਥੇ ਦੇ ਜਿਹੜੇ ਜ਼ੋਨਲ ਮੈਨੇਜਰ ਸੀ ਉਹਨਾਂ ਦੇ ਰਾਹੀਂ ਵੀ ਮਿਲ ਕੇ ਦਲ ਖਾਲਸਾ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਬਾਬਾ ਹਰਦੀਪ ਸਿੰਘ ਮਹਾਰਾਜ, ਉਹਨਾਂ ਨੇ ਵੀ ਗੱਲ ਪਹੁੰਚਾਈ ਆ। ਔਰ ਅੱਜ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਇਹ ਗੱਲ ਪਹੁੰਚਾ ਰਹੇ ਹਾਂ ਕਿ ਕੱਲ੍ਹ ਤੱਕ ਸਰਕਾਰ ਇਹਦੇ 'ਤੇ ਆਪਣਾ ਜਿਹੜਾ ਸਟੈਂਡ ਹੈ ਉਹ ਕਲੀਅਰ ਕਰੇ। ਜੇ ਨਹੀਂ ਤਾਂ ਪਰਸੋਂ ਇਹ ਅਸੀਂ ਕਿਉਂ ਹੁਣ ਲਾਈਆਂ ਕਿਉਂ ਜਾ ਰਹੀਆਂ? ਅਸੀਂ ਪਹਿਲਾਂ ਕਿਹਾ ਕਿਸੇ 'ਤੇ ਜ਼ਬਰਦਸਤੀ ਲਵਾਈ ਤਾਂ ਨਹੀਂ ਨਾ, ਸਾਰਿਆਂ ਨੇ ਆਪਣੀ ਮਰਜ਼ੀ ਨਾਲ ਲਾਈ, ਪਰ ਹੁਣ ਸਰਕਾਰ ਨੇ ਜ਼ਬਰਦਸਤੀ ਉਹਨਾਂ ਕੋਲੋਂ ਲਵਾਈਆਂ ਨੇ ਤੇ ਇਹ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਊਗੀ, ਫਿਰ ਹੁਣ ਜ਼ਬਰਦਸਤੀ ਲੱਗਣਗੀਆਂ। ਨੋਟੀਫਿਕੇਸ਼ਨ ਵਾਲੀਆਂ ਸਰਕਾਰੀ ਬੱਸਸ ਲਈ ਹੈ ਕਿ ਬਸ ਪ੍ਰਾਈਵੇਟ? PRTCs ਲਈ, ਉਹਨਾਂ ਸਰਕਾਰੀ ਲਈ ਕੱਢਿਆ ਨਾ। PRTC ਪੰਜ ਬੱਸ ਜਿੰਨੀਆਂ ਵੀ ਸਰਕਾਰੀ ਨੇ। ਸਰਕਾਰ ਨੂੰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਜਿਹੜਾ ਭਾਜਾ ਨੇ ਗੱਲ ਕੀਤੀ, ਤੁਸੀਂ ਟੇਬਲ ਟਾਪ ਜਾਂ ਤਾਂ ਸਰਕਾਰ ਨਾਲ ਕਿਸੇ ਨਾਲ ਗੱਲ ਹੋਈ, ਤਾਂ ਲੱਗਦਾ ਨਹੀਂ ਕੱਲ੍ਹ ਨੂੰ ਤੁਸੀਂ ਲਗਾਓਗੇ ਉਧਰ ਮਾਹੌਲ ਖਰਾਬ ਹੋਣਾ ਕਿ ਬਿਲਕੁਲ ਨਹੀਂ। ਦੇਖੋ ਜਿਹੜਾ ਇੱਕ ਦਿਨ ਦਾ ਅਲਟੀਮੇਟਮ ਆ ਉਹ ਇਹੀ ਹੁੰਦਾ ਹੈ, ਤੁਹਾਡੇ ਰਾਹੀਂ ਵੀ ਗੱਲ ਪਹੁੰਚਣੀ ਆ। ਔਰ ਇੱਥੇ ਗੱਲ ਸਰਕਾਰ ਤੱਕ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਤਾਂ ਗੱਲ ਪਹਿਲਾਂ ਪਹੁੰਚ ਚੁੱਕੀ ਆ। ਹੁਣ ਜਿਹੜਾ ਸਾਡਾ ਪ੍ਰਚਾਰ ਆ ਉਹਦੇ ਰਾਹੀਂ ਤੁਹਾਡੇ ਰਾਹੀਂ ਵੀ ਅਸੀਂ ਆਪਣੀ ਆਵਾਜ਼ ਪਹੁੰਚਾ ਰਹੇ ਹਾਂ ਕਿ ਸਰਕਾਰ ਇਸ ਚੀਜ਼ ਨੂੰ ਗੌਰ ਕਰੇ।
ਅਸੀਂ ਪਹਿਲਾਂ ਨਹੀਂ ਸੀ ਕਦੀ ਕਿਹਾ ਕਿ ਨੋਟੀਫਿਕੇਸ਼ਨ ਕਰਕੇ ਉਹਨਾਂ ਦੀਆਂ ਫੋਟੋਆਂ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਕਿਉਂਕਿ ਸਰਕਾਰ ਨੇ ਜ਼ਬਰਦਸਤੀ ਲਵਾਈਆਂ ਨੇ ਔਰ ਇਹ ਕਹਿ ਕੇ ਲਵਾਈਆਂ ਨੇ ਕਿ ਜੇਕਰ ਕਿਸੇ ਡਰਾਈਵਰ ਜਾਂ ਕੰਡਕਟਰ ਦੀ ਬੱਸ ਦੇ ਉੱਤੇ ਉਹ ਪਾਈਆਂ ਜਾਂਦੀਆਂ ਨੇ ਤੇ ਉਹਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ, ਬਰਖਾਸਤ ਕੀਤਾ ਜਾ ਸਕਦਾ ਹੈ। ਸੋ ਮਤਲਬ ਉਹਨਾਂ ਤੇ ਪ੍ਰੈਸ਼ਰ ਪਾ ਕੇ ਲਵਾਈਆਂ ਗਈਆਂ ਨੇ। ਕੀ ਸੋਚਦੇ ਹੋ ਸਰਕਾਰ ਦੀ ਮਨਸ਼ਾ ਕੀ ਹੈ? ਮਨਸਾ ਸਾਫ਼ ਹੈ ਕਿ ਜਿਹੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਪੰਜਾਬ ਦੇ ਹੱਕਾਂ ਦੇ ਲਈ, ਪੰਜਾਬ ਪੰਥ ਦੇ ਹਿੱਤਾਂ ਦੇ ਲਈ ਕੇਂਦਰ ਦੇ ਖਿਲਾਫ ਲੜੀਆਂ ਨੇ, ਉਹਨਾਂ ਨੂੰ ਆਮ ਲੋਕਾਂ ਦੇ ਦਿਲਾਂ ਦੇ ਵਿੱਚੋਂ, ਆਮ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਕੱਢਿਆ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਪੰਜਾਬ ਜਿਹੜਾ ਆ ਉਹ ਆਪਣੀ ਹੱਕਾਂ ਦੀ ਲੜਾਈ ਜਿਹੜੀ ਆ ਉਹ ਕੇਂਦਰ ਦੇ ਖਿਲਾਫ ਨਾ ਲੜੇ। ਇਹ ਇੱਕ ਸਲੋ ਪੋਇਜ਼ਨ ਆ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਵਾੜਿਆ ਜਾਂਦਾ ਹੈ। ਤੁਸੀਂ ਕਿਸ ਨੂੰ ਨਾਇਕ ਬਣਾਉਣਾ, ਕਿਹਨੂੰ ਖਲਨਾਇਕ ਬਣਾਉਣਾ, ਉਧਰ ਨੂੰ ਸਰਕਾਰ ਜਿਹੜੀ ਉਹ ਤੁਰੀ ਹੋਈ ਹੈ। ਇਹ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਆਰਐਸਐਸ ਦੀ ਜਿਹੜੀ ਆਪ ਉਹ ਬੀ ਟੀਮ ਹੈ ਤਾਂ ਬੀ ਟੀਮ ਹੈ ਜਿਹੜੀ ਆਰਐਸਐਸ ਦੀ ਗੱਲ ਕਰਕੇ ਇਸ ਕਰਕੇ ਕਿਉਂ ਕਰ ਰਿਹਾ ਸਰ? ਕਹਿਣਾ ਨਹੀਂ ਚਾਹੁੰਦੇ ਹੈ ਹੀ ਹੈ ਪੰਥਕ ਪਾਰਟੀ ਵੀ ਇਦਾਂ ਹੀ ਸੋਚਦੀ ਆ। ਪੰਥਕ ਪਾਰਟੀ ਵਾਸਤੇ ਵੀ ਉਹ ਜਿਹੜੇ ਆਪਣੇ ਨੂੰ ਪੰਥਕ ਖਵਾਉਂਦੇ ਸੀ ਉਹਨਾਂ ਵਾਸਤੇ ਵੀ ਉਹ ਅੱਤਵਾਦੀ ਆ। ਫਿਰ ਹੱਲ ਕੀ ਹੈਗਾ? ਜਿਨ੍ਹਾਂ ਲਈ ਸ਼ਾਂਤੀ ਕਿੱਦਾਂ ਬਹਾਲ ਹੋਵੇ? ਉਹ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਟਾਈਮ ਤੇ ਬਦਲਦੇ ਨੇ। ਜਿਨ੍ਹਾਂ ਲਈ ਕੱਲ੍ਹ ਅੱਤਵਾਦੀ ਅੱਜ ਉਹਨਾਂ ਨੂੰ ਕਹਿੰਦੇ ਨੇ ਰਿਹਾ ਕਰੋ, ਸੋ ਉਹਨਾਂ ਲਈ ਤਾਂ ਮੈਨੂੰ ਲੱਗਦਾ ਵਾ ਸੰਗਰੂਰ ਤੋਂ ਜਿਹੜਾ ਨਵਜੀਤ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਵੀ ਦਖਲ ਦੇਣਾ ਚਾਹੀਦਾ ਇਸ ਮਾਮਲੇ ਉਹਨਾਂ ਨੇ ਵੀ ਕੱਲ੍ਹ ਬਿਆਨ ਉਹਨਾਂ ਦਾ ਵੀ ਆਇਆ ਆ, ਉਹਨਾਂ ਵੀ ਲਿਖਿਆ ਹੈ ਕਿ ਇਹ ਗੱਲਾਂ ਜਿਹੜੀਆਂ ਉਹ ਗਲਤ ਆ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਨੁਮਾਇੰਦੇ ਲੋਕਾਂ ਦੇ। ਬਿਲਕੁਲ ਕਰਨੀ ਚਾਹੀਦੀ ਆ ਔਰ ਉਹਨਾਂ ਨੇ ਆਲਰੇਡੀ ਜਿਹੜੀ ਆ ਮੇਰੇ ਹਿਸਾਬ ਨਾਲ ਗੱਲ ਪ੍ਰੈਸ ਦੇ ਰਾਹੀਂ ਤਾਂ ਆਪਣੀ ਗੱਲ ਕਹਿਤੀ ਆ। ਉਹ ਲੀਗਲੀ ਕੀ ਕਰਦੇ ਨੇ ਉਹਨਾਂ ਦੀ ਪਾਰਟੀ ਡਿਸਾਈਡ ਕਰੇਗੀ। ਤੁਸੀਂ ਗੱਲ ਕੀਤੀ ਕਿ ਅਸੀਂ ਪਰਸੋਂ ਨੂੰ ਲਾਵਾਂਗੇ ਸਾਡੀ ਕੋਈ ਟਰੈਕ ਮੋਸ਼ਨ ਨਹੀਂ ਕੱਲ ਨੂੰ ਕੋਈ ਡਰਾਈਵਰ ਜਾਂ ਕੰਡਕਟਰ ਮਨਾ ਕਰ ਸਕਦਾ ਫਿਰ ਤੁਸੀਂ ਜ਼ਬਰਦਸਤੀ ਲਗਾਓ। ਨਹੀਂ, ਮੈਂ ਕਹਿ ਰਿਹਾ ਵੀ ਇਹ ਸਾਡੀ ਡਰਾਈਵਰ ਜਾਂ ਕੰਡਕਟਰਾਂ ਦੇ ਨਾਲ ਕੋਈ ਵੈਰ ਵਿਰੋਧਤਾ ਨਹੀਂ ਹੈ। ਈਵਨ ਅਸੀਂ ਇਹ ਵੀ ਕਹਿੰਦੇ ਆ ਕਿ ਜਿਹੜੇ ਡਰਾਈਵਰ ਕੰਡਕਟਰਾਂ ਨੇ ਫੋਟੋਆਂ ਲਾਈਆਂ ਨੇ, ਜੇ ਉਹਨਾਂ ਕੋਲ ਲਵਾਈਆਂ ਜਾ ਰਹੀਆਂ ਨੇ ਜ਼ਬਰਦਸਤੀ ਔਰ ਜੇ ਕੋਈ ਅੜਦਾ ਹੈ ਤੇ ਉਹਨਾਂ ਦੇ ਉੱਤੇ ਕੋਈ ਕਾਰਵਾਈ PRTC ਜਾਂ ਪਨਬੱਸ ਵਾਲੇ ਕਰਦੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਖੜਾਂਗੇ। ਜਿਹੜੀ ਗੱਲ ਪਰਸੋਂ ਦੀ ਅਸੀਂ ਕਰ ਰਹੇ ਹਾਂ ਉਹ ਅਸੀਂ ਡਰਾਈਵਰ ਜਾਂ ਕੰਡਕਟਰਾਂ ਨੂੰ ਪਾਰਟੀਕੂਲਰ ਰੱਖ ਕੇ ਨਹੀਂ ਕਰ ਰਹੇ। ਉੱਥੇ ਫਿਰ ਉਹ PRTC ਇਜ਼ ਅ ਗੌਰਮੈਂਟ ਲਾਇਬਿਲਿਟੀ, ਉਹ ਸਰਕਾਰੀ ਜਿਹੜਾ ਉਹਨਾਂ ਨੇ ਸਾਡੇ 'ਤੇ ਇੱਕ ਚੈਲੰਜ ਥੋਪਿਆ ਹੈ ਸਾਨੂੰ, ਉਹਨੂੰ ਚੈਲੰਜ ਕਰ ਰਹੇ ਹਾਂ। ਸੋ ਉੱਥੇ ਡਰਾਈਵਰ ਜਾਂ ਬੱਸ ਕੰਡਕਟਰ ਦੇ ਨਾਲ ਸਾਡੀ ਕੋਈ ਲੜਾਈ ਨਹੀਂ ਗੀ। ਉਹ ਸਰਕਾਰ ਦਾ ਜਿਹੜਾ ਇੱਕ ਉਹਨੇ ਸਾਡੇ 'ਤੇ ਇੱਕ ਜ਼ਬਰਦਸਤੀ ਸਾਡੀਆਂ ਲਾਈਆਂ ਨੇ ਸ਼ਹੀਦਾਂ ਦੀਆਂ ਜਾਂ ਜਿਹੜੇ ਸਤਿਕਾਰ ਸ਼ਖਸੀਅਤਾਂ ਦੀਆਂ ਫੋਟੋਆਂ, ਉਹਦੇ ਵਿਰੋਧ ਦੇ ਵਿੱਚ ਆ। ਸੋ ਉੱਥੇ ਉਹਨੂੰ ਡਰਾਈਵਰ ਜਾਂ ਕੰਡਕਟਰ ਨੂੰ ਅਸੀਂ ਇੱਕ ਧਿਰ ਨਹੀਂ ਬਣਾ ਰਹੇ। PRTC ਉੱਥੇ ਇੱਕ ਸਰਕਾਰੀ ਧਿਰ ਹੋਵੇਗੀ ਔਰ ਉਹਦੇ ਤੋਂ ਲੱਗਣਗੇ। ਜੇ ਕੋਈ ਬੱਸ ਕੰਡਕਟਰ ਜਾਂ ਡਰਾਈਵਰ ਐਗਰੀ ਨਹੀਂ ਫੋਟੋ ਲਗਾਣੀ ਜਾਂਦਾ ਤੁਸੀਂ ਉੱਤੇ ਜ਼ਬਰਦਸਤੀ ਲਗਾਓਗੇ? ਮੈਂ ਕਹਿ ਰਿਹਾ ਵੀ ਉਦਣ ਲੱਗਣਗੀਆਂ, ਇਹਦਾ ਇਹ ਕਾਰਨ ਲੱਗਣਗੀਆਂ। ਉਹਦਾ ਕਾਰਨ ਜਿਹੜਾ ਆ ਉਹ ਇਹੀ ਆ, ਹਰ ਬੱਸ ਹਰ PRTC ਸਰਕਾਰੀ ਦੀ ਹਰ ਬੱਸ 'ਤੇ ਲੱਗਣਗੇ। ਚਾਹੇ ਡਰਾਈਵਰ ਤੁਹਾਡੇ ਨਾਲ ਐਗਰੀ ਹੈਗਾ ਚਾਹੇ ਐਗਰੀ ਹੈਗਾ। ਲੱਗਣਗੀਆਂ ਜੀ। ਮੈਂ ਤੁਹਾਨੂੰ ਇੱਕ ਮੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ। ਕਿੰਨੇ ਡਰਾਈਵਰ ਕੰਡਕਟਰ ਨੇ ਜਿਨ੍ਹਾਂ ਨੇ ਆਮ ਆਦਮੀ ਜਾਂ ਕਾਂਗਰਸ ਜਾਂ ਅਕਾਲੀਆਂ ਨੂੰ ਵੋਟਾਂ ਪਾਉਂਦੇ ਰਹੇ ਹੋਣਗੇ ਹਰ ਵਾਰ, ਪਰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹਨਾਂ ਦੇ ਪਲੇ ਕਾਰਡਸ ਉਹਨਾਂ ਦੀਆਂ ਬੱਸਾਂ 'ਤੇ ਲੱਗਦੇ ਨੇ। ਉਹ ਸਹਿਮਤ ਨਹੀਂ ਨਾ ਹੁੰਦੇ ਉਹਨਾਂ ਦੇ ਨਾਲ, ਲੱਗਦੇ ਨੇ ਨਾ, ਇਹ ਵੀ ਲੱਗਣਗੇ। ਇਹ ਬੱਸਾਂ ਸਾਡੀਆਂ ਨੇ, ਪੰਜਾਬ ਦੀਆਂ ਨੇ, ਪੰਜਾਬ ਦੇ ਲੋਕਾਂ ਦੀਆਂ ਨੇ। ਸਰਕਾਰ ਕੋਈ ਆਪਣੇ ਖਜ਼ਾਨੇ ਜਿਹੜੇ ਨੇ ਖਜ਼ਾਨੇ ਸਾਡੇ ਨੇ। ਹਰ ਇੱਕ ਗਰੀਬ ਤੋਂ ਗਰੀਬ ਬੰਦਾ, ਅਮੀਰ ਤੋਂ ਅਮੀਰ ਬੰਦਾ ਪੈਸੇ ਦੇ ਕੇ ਸਾਡੇ ਟੈਕਸਾਂ ਨਾਲ ਹੀ ਸਾਰਾ ਕੁਝ ਚੱਲਦਾ ਪਿਆ ਹੈ। ਸਿਰਫ ਸਰਕਾਰ ਚਲਾ ਰਹੀ ਆ ਉਹਨੂੰ, ਤੇ ਉਹ ਸਰਕਾਰੀ ਮਸ਼ੀਨਰੀ ਨੂੰ ਆਪਣੀ ਪੋਲੀਟੀਕਲ ਏਜੰਡਿਆਂ ਲਈ, ਆਪਣੇ ਫਾਇਦੇ ਲਈ ਵਰਤਦੀ ਹੈ। ਉਹਦੇ ਉੱਪਰ ਤੁਸੀਂ ਵੇਖੋ ਕਿ ਇੱਕ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਤੋਂ ਤਕਲੀਫ ਆ, ਉਹ 10, 20 ਜਾਂ 50 ਰੁਪਏ ਖਰਚ ਕਰਕੇ ਕੰਡਕਟਰ ਨੇ ਜਾਂ ਡਰਾਈਵਰ ਨੇ ਆਪਣੀ ਜੇਬ 'ਚੋਂ ਲਵਾਈ ਆ। ਤੇ ਜਿਹੜਾ ਕਰੋੜਾਂ ਰੁਪਈਆ ਪੰਜਾਬ ਦੇ ਲੋਕਾਂ ਦਾ ਐਡਵਰਟਾਈਜ਼ਮੈਂਟ ਤੇ ਇਹ ਪੋਲੀਟੀਕਲ ਲੋਕ ਵਰਤਦੇ ਨੇ, ਉਹਦਾ ਜ਼ਿੰਮੇਵਾਰ ਕੌਣ ਹੈ? ਤੇ ਜੇ ਅੱਜ ਬਾਰ-ਬਾਰ ਜਿਹੜਾ ਇੱਕ ਸਵਾਲ ਕਰਦੇ ਆ ਕਿ ਜੇ ਉਹ ਨਾ ਲਾਉਂਦੇ ਨੇ, ਲੇਕਿਨ ਅੱਜ ਤੋਂ ਬਾਅਦ ਤੁਸੀਂ ਅੱਜ ਤੋਂ ਪਹਿਲਾਂ ਕਿਸੇ ਕੋਲੋਂ ਸੁਣਿਆ ਇਹ ਚੀਜ਼ ਕਿ ਅਸੀਂ ਸਰਕਾਰੀ ਬੱਸਾਂ 'ਤੇ ਧੱਕੇ ਦੇ ਨਾਲ ਤਸਵੀਰ ਲਾਵਾਂਗੇ? ਜਿਹੜਾ ਡਰਾਈਵਰ, ਜਿਹੜਾ ਕੰਡਕਟਰ ਜਿਹਨੂੰ ਉਹ ਲਾਈਕ ਕਰਦਾ, ਜਿਹਨੂੰ ਉਹ ਪਸੰਦ ਕਰਦਾ, ਕਿਸੇ ਦੀਆਂ ਬੱਸਾਂ 'ਤੇ ਪੀਰਾਂ ਦੀਆਂ ਤਸਵੀਰਾਂ ਲੱਗੀਆਂ ਨੇ, ਕਿਸੇ ਦੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਲੱਗੀ, ਹਾਲਾਂਕਿ ਅਸੀਂ ਉਹਨੂੰ ਤਸਵੀਰ ਨੂੰ ਨਹੀਂ ਮੰਨਦੇ ਹੈਗੇ, ਕਿਸੇ ਦੇ ਉੱਪਰ ਕਿਸੇ ਗਾਇਕ ਦੀ ਤਸਵੀਰ ਲੱਗੀ ਆ, ਮਤਲਬ ਉਹ ਲੋਕ ਅਸੀਂ ਦੇਖਣਾ ਪਸੰਦ ਨਹੀਂ ਕਰਦੇ। ਅਸੀਂ ਉਸ ਬੱਸ 'ਚ ਸਫ਼ਰ ਕਰਦੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਉਹ ਨਿੱਜੀ ਡਰਾਈਵਰ ਆ, ਬੱਸ ਚਲਾ ਰਿਹਾ, ਉਹਦੀ ਇੱਛਾ ਆ। ਪਰ ਜਦੋਂ ਇਹ ਉਹ ਜਰਨੈਲਾਂ ਦੀਆਂ ਜਿਹਨੂੰ ਅਕਾਲ ਤਖ਼ਤ ਸਾਹਿਬ ਤੋਂ, ਜਿੱਦਾਂ ਮਾਨ ਸਾਹਿਬ ਨੇ ਦੱਸਿਆ ਕਿ ਮਹਾਨ ਯੋਧਾ ਐਲਾਨਿਆ ਹੋਇਆ ਆ, ਮਹਾਨ ਸਿੱਖ ਵੀ ਸਿੱਧੇ ਐਲਾਨੇ ਹੋਏ, ਤੇ ਉਸ ਅਕਾਲ ਤਖ਼ਤ ਸਾਹਿਬ ਦੀ ਪਰਿਕਰਮਾ ਦੇ ਵਿੱਚ, ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹਨਾਂ ਦੀ ਸ਼ਹੀਦੀ ਯਾਦਗਾਰ ਬਣੀ ਹੋਈ ਹੈ,
ਪੂਰਾ ਪੰਥ ਉਹਨੂੰ ਮਾਨਤਾ ਦੇ ਰਿਹਾ ਤੇ ਉਹਦੀਆਂ ਤਸਵੀਰਾਂ ਉਤਰਾਈਆਂ ਜਾਣੀਆਂ, ਕੀ ਫਿਰ ਇਹ ਸਿੱਖਾਂ ਦੇ ਹਿਰਦੇ ਨੂੰ ਚੋਂਬ ਲਾ ਕੇ ਚੈੱਕ ਨਹੀਂ ਕੀਤਾ ਜਾ ਰਿਹਾ? ਜਿਹੜੀ ਗੱਲ ਇੱਥੇ ਹੁੰਦੀ ਹੈ ਕਿ ਪੰਜਾਬ ਸਰਕਾਰ ਕੀ ਸੋਚਦੀ ਹੈ, ਬੀ ਟੀਮ ਹੈ, ਇਹ ਉਹ ਲੋਕਾਂ ਲੈ ਲਏ ਜਿਨ੍ਹਾਂ ਦੇ ਨਿੱਜੀ ਸਵਾਰਥ ਵਾਲੇ ਪੋਲੀਟੀਕਲ ਲੋਕ ਪਾਰਟੀਆਂ ਦੇ ਵਿੱਚ ਗਿਰੇ ਹੋਏ ਨੇ। ਇਹ ਬੀ ਟੀਮ ਨਹੀਂ, ਇਹ ਆਰਐਸ ਦੀ ਹੀ ਟੀਮ ਹੈ। ਤੇ ਇਹ ਮਨਸ਼ਾ ਅੱਜ ਇਹ ਸਿਰਫ ਇਹ ਨਹੀਂ ਕਿ ਅੱਜ ਜਾਣੇ ਵਿੱਚ ਕੋਈ ਕੰਪਲੇਂਟ ਦੇ ਉੱਪਰ ਕਿ 4 ਬੰਦੇ ਕਹਿੰਦੀ ਕਿ ਤਸਵੀਰ ਲੱਗੀ ਹੋਈ ਆ, ਸਲੋਗਨ ਲਿਖਿਆ ਹੋਇਆ, ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ, ਜੇ ਨਾ ਲੱਗੀਆਂ ਤਾਂ ਕੱਲ ਨੂੰ ਇਹ ਜਥੇਬੰਦੀਆਂ ਜਾਮ ਲਾ ਦੇਣਗੀਆਂ। ਤੇ ਫਿਰ ਮੈਂ ਕਹਿੰਦਾ ਮੈਨੂੰ ਤੇ ਇਹਦੀ ਮੋਦੀ ਦੀ ਤਸਵੀਰ ਪਸੰਦ ਨਹੀਂ ਗਈ, ਫਿਰ ਉਹ ਵੀ ਹਰ ਬਸ ਤੋਂ ਲੱਥਣੀ ਚਾਹੀਦੀ, ਮੈਂ ਲਾਵਾਂਗਾ। ਫਿਰ ਮੈਂ ਕਹਿੰਦਾ ਮੈਨੂੰ ਇਹ ਤਿਰੰਗਾ ਪਸੰਦ ਨਹੀਂ ਹੈਗਾ, ਇਹ ਦੇਖ ਕੇ ਮੇਰੇ ਅੰਦਰ ਅੱਗ ਲੱਗਦੀ ਏ, ਜੇ ਨਹੀਂ ਲਾਉਂਗਾ ਮੈਂ ਜਾਮ ਲਾਵਾਂਗਾ। ਫਿਰ ਇਹ ਸਾਰੀਆਂ ਚੀਜ਼ਾਂ ਮੰਨੇਗਾ ਇਹ ਸਟੇਟ ਸਰਕਾਰ, ਮੰਨੇਗੀ ਪੰਜਾਬ ਸਰਕਾਰ? ਸੋ ਇਹ ਜੇ ਅੱਜ ਅਸੀਂ ਇਹ ਐਲਾਨ ਕਰ ਰਹੇ ਹਾਂ, ਇਹ ਐਲਾਨ ਅਸੀਂ ਸਰਕਾਰ ਨੇ ਕਰਵਾਇਆ, ਸਾਡੇ ਕੋਲੋਂ ਸਰਕਾਰ ਨੇ ਉਹ ਪੈਂਤੜਾ ਚੱਲਿਆ ਜਿਹਦਾ ਉਹਨੂੰ ਪਤਾ ਸੀ ਕਿ ਰਿਜ਼ਲਟ ਆਣਾ ਹੈ। ਤੇ ਪੰਜਾਬ ਦੇ ਨੌਜਵਾਨ ਦਿਲਾਂ 'ਚ ਵੱਸਦੀਆਂ ਨੇ, ਦਿਲਾਂ 'ਚੋਂ ਕਿੱਥੋਂ ਲਾਉਂਗੇ ਤੁਸੀਂ? ਲਾ ਕੇ ਵਿਖਾਓ। ਤੇ ਜੇ ਅੱਜ ਇਹਨੇ ਲਾਉਣ ਦੀ ਗੱਲ ਕੀਤੀ, ਹੁਣ ਹਰ ਇੱਕ ਗੱਡੀ ਦੇ ਉੱਪਰ ਲੱਗੇਗੀ ਤਸਵੀਰ, ਉਹ ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ। ਸਰਕਾਰੀ ਤੇ ਅਸੀਂ ਧੱਕੇ ਨਾਲ ਲਾਵਾਂਗੇ, ਪ੍ਰਾਈਵੇਟ 'ਚ ਲੋਕ ਆਪਣੀ ਇੱਛਾ ਨਾਲ ਲਾਉਣਗੇ। ਤੇ ਸਰਕਾਰ ਨੂੰ ਚੈਲੰਜ ਆ ਸਾਡਾ, 24 ਘੰਟੇ ਦਾ ਅਲਟੀਮੇਟਮ ਹੈਗਾ। ਕੱਲ ਤੱਕ ਜੇ ਇਹ ਜਿੱਦਾਂ ਮਾਨ ਸਾਹਿਬ ਨੇ ਕਿਹਾ ਲਿਖਤੀ ਬਿਆਨ ਨਹੀਂ ਆਂਦਾ, ਅਸੀਂ ਲਾਵਾਂਗੇ, ਧੱਕੇ ਨਾਲ ਲਾਵਾਂਗੇ, ਕਿਉਂਕਿ ਸਾਡੀਆਂ ਬੱਸਾਂ ਨੇ। ਫਿਰ ਉਹ ਜੇ ਅਸੀਂ ਸਫ਼ਰ ਕਰ, ਸਾਡੇ ਪੈਸੇ ਨਾਲ ਚੱਲਦੀਆਂ ਨੇ, ਸਰਕਾਰ ਆਪਣੇ ਪੈਸੇ ਨਾਲ ਬੱਸ ਚਲਾ ਕੇ ਵਿਖਾਏ, ਸਵਾਰੀ ਬੈਠੇਗੀ ਤੇ ਗੱਡੀ ਚੱਲੇਗੀ ਨਾ। ਫਿਰ ਸਾਡੇ ਲੋਕਾਂ ਦੇ ਪੈਸੇ ਨੇ ਤੇ ਲੋਕਾਂ ਦੀ ਇੱਛਾ ਹੈ, ਮੈਂ ਉਸ ਬੱਸ 'ਚ ਕਿਹੜੀ ਤਸਵੀਰ ਦੇਖਣੀ ਪਸੰਦ ਕਰਦਾ। ਸਰਕਾਰ ਨੂੰ ਜਿਹੜੀ ਉਹ ਲਾ ਲੇ, ਸਾਨੂੰ ਕੋਈ ਆਪੱਤੀ ਨਹੀਂ ਹੈਗੀ। ਜਿਹਨੂੰ ਅਸੀਂ ਦੇਖਣਾ ਪਸੰਦ ਨਹੀਂ, ਅਸੀਂ ਉਹਨੂੰ ਵੀ ਜਰ ਲਾਂਗੇ, ਪਰ ਅਸੀਂ ਆਪਣੇ ਜਰਨੈਲਾਂ ਨੂੰ ਹੁਣ ਧੱਕੇ ਦੇ ਨਾਲ ਲਾਵਾਂਗੇ। ਜੇ ਕਿਸੇ ਨੂੰ ਤਕਲੀਫ ਹੈ, ਜੋ ਕਰਨਾ ਸਰਕਾਰ ਕਰ ਲੇ, ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ। ਪਹਿਲੀਆਂ ਸਰਕਾਰਾਂ ਦੇ ਟਾਈਮ ਤੇ ਵੀ ਲੱਗੀਆਂ ਹੋਈਆਂ ਸੀ। ਬਿਲਕੁਲ ਮੈਂ ਤੇ ਗੱਲ ਤੁਹਾਨੂੰ ਕਹੀ ਕਿ ਅੱਜ ਤੋਂ ਸਰਕਾਰ ਨੂੰ ਫਿਰ ਕਿਸ ਚੀਜ਼ ਦਾ ਖੌਫ ਹੈ? ਦੇਖੋ, ਜਿਹੜੀ ਬਾਹਰਲੀ ਸਟੇਟ ਦੇ ਵਿੱਚ ਲਗਾਤਾਰ ਰਾਜਸਥਾਨ ਦੇ ਵਿੱਚ ਇੱਕ ਸਮਾਗਮ ਜਿਹੜਾ ਕੀਤਾ ਜਾ ਰਿਹਾ, ਉਸ ਤੋਂ ਬਾਅਦ ਉੱਥੇ ਨਗਰ ਕੀਰਤਨ ਕੱਢਿਆ ਜਾ ਰਿਹਾ, ਇੱਕ ਗੱਡੀ ਉਹਦੇ ਵਿੱਚ ਆਉਂਦੀ, ਉਹਦੇ ਤੇ ਸੰਤ ਜਰਨੈਲ ਸਿੰਘ ਤਸਵੀਰ ਲੱਗੀ, ਉਹਦੇ ਤੇ ਪਰਚਾ ਦਰਜ ਹੁੰਦਾ ਆ। ਇੱਕ ਬਲੈਰੋ ਦੇ ਉੱਪਰ ਗੱਡੀ ਲੱਗੀ ਹੈ, ਇਹਦੇ ਜਦੋਂ ਯੂਪੀ ਦੇ ਵਿੱਚ ਜਾ ਰਹੀ, ਉਹਦਾ ਬਲੈਰੋ ਦਾ ਸ਼ੀਸ਼ਾ ਭੰਨ ਦਿੱਤਾ ਜਾਂਦਾ ਆ। ਹਰਿਆਣੇ ਦੇ ਵਿੱਚ ਸੇਮ ਇਹੀ ਘਟਨਾ ਵਾਪਰਦੀ, ਹਿਮਾਚਲ ਦੇ ਵਿੱਚ ਘਟਨਾ ਵਾਪਰੀ ਪਿੱਛੇ ਤੁਹਾਡੇ ਕਲੀਅਰ। ਇੱਕ ਹੋਰ ਟਰੱਕ ਦੇ ਉੱਪਰ ਸੰਤ ਜਰਨੈਲ ਸਿੰਘ ਦਾ ਝੰਡਾ ਲੱਗਾ ਹੋਇਆ, ਉਹਨੂੰ ਮਾੜੀ ਸ਼ਬਦਾਵਲੀ ਵਰਤ ਕੇ ਉਤਰਾਇਆ ਜਾਂਦਾ ਆ। ਇਹ ਬਾਹਰਲੀ ਸਟੇਟ ਦੀਆਂ ਨੇ। ਹੁਣ ਜਿਹੜੇ ਸਾਡੇ ਲੋਕਾਂ ਨੂੰ ਭੁਲੇਖੇ ਨੇ ਕਿ ਆਪ ਇੱਕ ਬਹੁਤ ਚਹੇਤਾ ਪੰਜਾਬ ਦਾ ਬੀਬਾ ਚਿਹਰਾ ਬਣ ਕੇ ਆਏ, ਉਹਨਾਂ ਤੋਂ ਵੀ ਖਤਰਨਾਕ ਇਹ ਚੀਜ਼ ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਕਹਿ ਰਹੇ ਸੀ ਲੋਕਾਂ ਨੂੰ। ਤੇ ਇਹ ਸਿਰਫ ਉਹ ਬਾਹਰਲੇ ਮਾਹੌਲ ਨੂੰ, ਇਹ ਆਪਣੇ ਆਪ ਨੂੰ ਸਟੇਟ ਦੇ ਆਰਐਸ ਦੇ ਸਾਹਮਣੇ ਸੱਚੇ ਬਣਨ ਦੇ ਲਈ, ਆਪਣੇ ਆਪ ਨੂੰ ਬਹੁਤ ਦੇਸ਼ ਭਗਤ ਦਿਖਾਉਣ ਦੇ ਲਈ ਇਹ ਸਾਰੀਆਂ ਕਾਰਵਾਈਆਂ ਕਰ ਰਹੇ ਨੇ। ਤੇ ਇਹ ਇਹਨਾਂ ਦੇ ਪਲਾਨ ਦੇ ਏਜੰਡੇ ਨੇ, ਇਹ ਕੋਈ ਅਚਨਚੇਤ ਨਿਕਲ ਕੇ ਚੀਜ਼ਾਂ ਆਈਆਂ ਨਹੀਂ, ਇਹ ਇਹਨਾਂ ਦੇ ਪਲਾਨ ਦੇ ਏਜੰਡੇ ਨੇ, ਜੋ ਲਗਾਤਾਰ ਪਿਛਲੇ ਸਮੇਂ ਤੋਂ ਅਲੱਗ ਪਿਛਲੇ 3 ਮਹੀਨਿਆਂ ਵਿੱਚ ਬਹੁਤ ਕੁਝ ਜਿਹੜਾ ਅਸੀਂ ਦੇਖ ਚੁੱਕੇ ਹੈਗੇ ਹਾਂ, ਜਿਹੜਾ ਪੰਜਾਬ ਦੇ ਖਿਲਾਫ ਨਿੱਤਰ ਕੇ ਜਿਹੜੇ ਸਾਹਮਣੇ ਆਏ ਨੇ। ਇਹੀ ਭਗਵੰਤ ਜਿਹੜਾ ਮੱਤੇਵਾੜੇ ਦੇ ਹੱਕ ਵਿੱਚ ਬੋਲਦਾ ਸੀਗਾ ਤੇ ਕਹਿੰਦਾ ਮੈਂ ਮੱਤਾਵਾੜਾ ਇਹਨੂੰ ਬਚਾਉਣਾ, ਤੇ ਅੱਜ ਉਹਦੇ ਖਿਲਾਫ ਉਹੀ ਸਾਰੀ ਕਾਰਵਾਈਆਂ ਉਹੀ ਕਰ ਰਹੇ ਨੇ। ਇਹ ਬਹੁਤ ਜਿਹੜਾ ਮੁਖੱਟਾ ਇਹਦੇ ਉੱਪਰ ਇੱਕ ਪਹਿਨਿਆ ਹੋਇਆ ਸੀ ਬੀਬੇ ਚਿਹਰੇ ਦਾ, ਉਹ ਕਾਫੀ ਹੱਦ ਤੱਕ ਉੱਤਰ ਚੁੱਕਾ ਆ। ਜੇ ਕਿਸੇ ਨੂੰ ਹਲੇ ਨਜ਼ਰ ਨਹੀਂ ਆ ਰਿਹਾ, ਹੋਰ ਥੋੜੇ ਦਿਨਾਂ ਵਿੱਚ ਇਹ ਨਜ਼ਰ ਸਾਹਮਣੇ ਆ ਜਾਏਗਾ। ਐਸਜੀਪੀਸੀ ਦੇ ਪ੍ਰਧਾਨ ਧਾਮੀ ਜੀ, ਉਹ ਤਾਂ ਆਪਣੇ ਸ਼ਹਿਰ ਤੋਂ ਹੈਗੇ ਆ, ਉਹਨਾਂ ਨਾਲ ਗੱਲਬਾਤ ਹੋਈ ਇਸ ਮਸਲੇ ਵਿੱਚ? ਨਹੀਂ, ਉਹਨਾਂ ਨਾਲ ਸਾਡੀ ਨਹੀਂ ਹੋਈ। ਇਹ ਤੇ ਸਿੱਧਾ ਸਰਕਾਰ ਦੇ ਨਾਲ ਸਾਡੀ ਜਿਹੜੀ ਆ ਉਹ ਗੱਲਬਾਤ ਆ। ਐਸਜੀਪੀਸੀ ਦਾ ਇਹਦੇ ਵਿੱਚ ਕੋਈ ਰੋਲ ਨਹੀਂਗਾ। ਐਸਜੀਪੀਸੀ ਨੇ ਆਪਣੇ ਤੌਰ ਤੇ ਰੋਲ ਅਦਾ ਕਰਨਾ ਹੈ, ਉਹ ਕਰਦੇ ਨੇ ਨਹੀਂ ਕਰਦੇ, ਉਹਨਾਂ ਦੀ ਆਪਣੀ ਕੋਰ ਕਮੇਟੀ ਡਿਸਾਈਡ ਕਰੇਗੀ। ਇਹਨਾਂ ਦੇ ਵਿੱਚ ਸਿੱਧੀ ਉਹਨਾਂ ਦੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੋਈ ਸ਼ਮੂਲੀਅਤ ਨਹੀਂ ਗੀ। ਇਹ ਤਾਂ ਸਿੱਧੀ ਹਰ ਇੱਕ ਸਿੱਖ ਦੇ ਨਾਲ ਰਲਦੀ ਹੋਈ ਗੱਲ ਆ, ਉਹਦੇ ਹਿਰਦੇ ਦੇ ਵਿੱਚ ਵਸੀ ਹੋਈ ਗੱਲ ਆ, ਜਿਹਦੇ ਪ੍ਰਤੀਕਰਮ ਵਜੋਂ ਜੀ ਅੱਜ ਇੱਥੇ ਬੈਠੇ ਹਾਂ। ਅਸੀਂ ਅਪੀਲ ਕਰਦੇ ਹਾਂ ਐਸਜੀਪੀਸੀ ਨੂੰ ਵੀ, ਪ੍ਰਧਾਨ ਸਾਹਿਬ ਜੀ ਹੁਸ਼ਿਆਰਪੁਰ ਤੋਂ ਨੇ, ਹੁਸ਼ਿਆਰਪੁਰ 'ਚ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਆ, ਉਹ ਇਸ ਚੀਜ਼ ਨੂੰ ਬਹੁਤ ਸੰਜੀਦਗੀ ਦੇ ਨਾਲ ਉਹਨੂੰ ਇਹ ਮੁੱਦਾ ਲੈਣਾ ਚਾਹੀਦਾ ਆ ਤੇ ਆਪਣੀ ਗੱਲ ਜਿਹੜੀ ਹੈ ਜਿਸ ਤਰੀਕੇ ਨਾਲ ਕਰਨਾ ਜਦੋਂ ਕਰਨੀ ਚਾਹੀਦੀ। ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਇਸ ਦੇ ਉੱਪਰ ਜਿਹੜਾ ਆਪਣਾ ਫੈਸਲਾ, ਜਿਹੜੀ ਆਪਣੀ ਸੋਚ ਜਿਹੜੀ ਕਲੀਅਰ ਲੋਕਾਂ ਸਾਹਮਣੇ ਕਰਨੀ ਚਾਹੀਦੀ ਹੈ। ਸਖਤ ਐਕਸ਼ਨ ਲੈਣਾ ਚਾਹੀਦਾ।